ਹੈਲੋ ਸਟੂਡੈਂਟ, ਗੁੱਡ ਮਾਰਨਿੰਗ ਡੀਅਰ ਸਟੂਡੈਂਟ। ਬੇਟਾ ਆਈ ਹੋਪ ਕਿ ਤੁਸੀਂ ਫਿਟ ਐਂਡ ਫਾਈਨ ਹੋਵੋਗੇ। ਔਰ ਬੇਟਾ ਤੁਹਾਨੂੰ ਪਤਾ ਹੀ ਆ, ਅੱਜ ਤੋਂ ਆਪਣੀਆਂ ਆਨਲਾਈਨ ਕਲਾਸਿਸ ਜਿਹੜੀਆਂ ਸਟਾਰਟ ਹੋ ਚੁੱਕੀਆਂ ਨੇ। ਸੋ ਸਾਰੇ ਸਟੂਡੈਂਟ ਨੇ ਇਸ ਨੂੰ ਵਧੀਆ ਢੰਗ ਨਾਲ ਇਹਨਾਂ ਕਲਾਸਾਂ ਨੂੰ ਅਟੈਂਡ ਕਰਨਾ ਤਾਂ ਕਿ ਤੁਹਾਡੀ ਸਟੱਡੀ ਵਿੱਚ ਕੋਈ ਪ੍ਰੋਬਲਮ ਨਾ ਆ ਸਕੇ। ਸੋ ਬੇਟਾ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਚੈਪਟਰ ਨੇਮ 21 ਸਵਿਕਸ ਦਾ ਪਾਰਟ ਹੈ ਜਿਹੜਾ ਆਪਣਾ, ਉਸ ਦਾ 21 ਚੈਪਟਰ ਰੀਡ ਕਰਾਂਗੇ ਆਪਾਂ। ਚੈਪਟਰ ਨੇਮ ਹੈਗਾ ਵਾ ਯੂਨਿਟੀ ਇਨ ਡਾਈਵਰਸਿਟੀ। ਓਕੇ, ਵੀ ਵਿਭਿੰਨਤਾ ਵਿੱਚ ਏਕਤਾ ਹੈ। ਠੀਕ ਹੈ, ਡਾਈਵਰਸਿਟੀ ਹੁੰਦੀ ਆ ਵਿਭਿੰਨਤਾ। ਓਕੇ ਬੇਟਾ, ਸੋ ਬੇਟਾ ਜਿਹੜਾ ਡਾਈਵਰਸਿਟੀ ਹੈ ਇਹਦਾ ਕਨਸੈਪਟ ਕਲੀਅਰ ਕਰਨ ਲਈ ਆਪਾਂ ਫੋਰ ਐਗਜ਼ਾਮਪਲ ਲਾਵਾਂਗੇ। ਹੁਣ ਦੇਖਦੇ ਬੇਟਾ, ਆਪਣਾ ਜਿਹੜਾ ਇੰਡੀਆ ਦੇਸ਼ ਆ, ਆਪਣਾ ਜਿਹੜਾ ਭਾਰਤ ਦੇਸ਼ ਆ, ਇਸ ਵਿੱਚ ਬਹੁਤ ਸਾਰੇ ਰਿਲੀਜੀਅਸ, ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ। ਠੀਕ ਆ, ਅਤੇ ਬਹੁਤ ਸਾਰੇ ਕਲਚਰ ਆ ਇਹਦੇ ਆਪਣੇ ਦੇਸ਼ ਵਿੱਚ, ਬਹੁਤ ਸਾਰੀਆਂ ਲੈਂਗੁਏਜ ਕੀ ਆ ਜਿਹੜੀਆਂ ਸਪੀਕ ਕੀਤੀਆਂ ਜਾਂਦੀਆਂ। ਸੋ ਇਹਨਾਂ ਲੈਂਗੁਏਜ ਵਿੱਚ, ਇਹਨਾਂ ਕਲਚਰ ਵਿੱਚ, ਠੀਕ ਆ, ਰਿਲੀਜੀਅਸ ਵਿੱਚ ਬਹੁਤ ਸਾਰੀ ਡਾਈਵਰਸਿਟੀ ਹੈ। ਡਾਈਵਰਸਿਟੀ ਕਰਕੇ ਉਹਨਾਂ ਵਿੱਚ ਬਹੁਤ ਸਾਰੀ ਭਿੰਨਤਾ, ਪਰ ਜਦੋਂ ਕੰਪਲੀਟਲੀ ਇੱਕ ਦੇਸ਼ ਬਣਦਾ, ਇੰਡੀਆ ਬਣਦਾ, ਭਾਰਤ ਬਣਦਾ, ਤਾਂ ਇਹਨਾਂ ਡਾਈਵਰਸਿਟੀ ਕਰਕੇ ਹੀ ਬਣਦਾ, ਇਹਨਾਂ ਭਿੰਨਤਾਵਾਂ ਕਰਕੇ ਹੀ ਬਣਦਾ। ਸੋ ਆਪਾਂ ਫਿਰ ਕਹਿ ਸਕਦੇ ਹਾਂ ਯੂਨਿਟੀ ਇਨ ਡਾਈਵਰਸਿਟੀ। ਓਕੇ, ਆਪਾਂ ਦੇਖਦੇ ਹਾਂ ਆਪਣੇ ਦੇਸ਼ ਵਿੱਚ 28 ਸਟੇਟਸ ਹੈਗੀਆਂ ਜਿਹੜੀਆਂ। ਤਾਂ ਹੁਣ ਆਪਾਂ ਇਕੱਲੀ ਸਟੇਟ ਇੱਕ ਦਾ ਸਪੈਸੀਫਿਕ ਸਟੇਟਸ ਦਾ ਨਾਮ ਲੈ ਦਈਏ, ਉਹਦੇ ਕਰਕੇ ਤਾਂ ਆਪਣਾ ਦੇਸ਼ ਬਣਦਾ ਨਹੀਂ। 28 ਸਟੇਟ ਨਾਲ ਹੀ ਆਪਣਾ ਪੂਰਾ ਦੇਸ਼ ਕੰਪਲੀਟ ਹੁੰਦਾ। ਤਾਂ ਇਹਨਾਂ ਅਲੱਗ-ਅਲੱਗ ਰਾਜ ਵਿੱਚ ਅਲੱਗ-ਅਲੱਗ ਲੈਂਗੁਏਜ ਯੂਜ਼ ਕੀਤੀ ਜਾਂਦੀ ਆ, ਅਲੱਗ-ਅਲੱਗ ਕਲਚਰ ਆ, ਅਲੱਗ-ਅਲੱਗ ਰਿਲੀਜੀਅਸ ਹੈਗਾ। ਹਰ ਇੱਕ ਦਾ ਆਪਣੇ ਹਿਸਾਬ ਦਾ ਧਰਮ ਆ। ਠੀਕ ਆ, ਉਹ ਆਪਦੀ ਫਰੀਡਮ ਦੇ ਅਨੁਸਾਰ ਕੀ ਇਹਨੂੰ ਐਕਸੈਪਟ ਕਰਦਾ। ਠੀਕ ਹੈ, ਸੋ ਇਹ ਕੀ ਆ, ਸਾਰੀ ਡਾਈਵਰਸਿਟੀ ਹੈ। ਓਕੇ, ਸੋ ਅੱਜ ਆਪਣਾ ਜਿਹੜਾ ਚੈਪਟਰ ਆ ਸਾਰਾ ਇਸ ਦੇ ਆਧਾਰਿਤ ਹੈਗਾ। ਠੀਕ ਹੈ, ਇਸ ਦੇ ਬੇਸਡ ਹੈਗਾ। ਸੋ ਇਹਨੂੰ ਬੜੇ ਹੀ ਧਿਆਨ ਨਾਲ ਤੁਸੀਂ ਕੀ ਆ ਲਿਸਨ ਕਰਨਾ। ਓਕੇ ਬੇਟਾ, ਸਟਾਰਟ ਕਰਦੇ ਆਪਣਾ ਚੈਪਟਰ ਡਾਈਵਰਸਿਟੀ ਇਨ ਕਾਸਟ ਐਂਡ ਰਿਲੀਜਨ। ਓਕੇ, ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਵਿਭਿੰਨਤਾ ਉਹ ਕਾਸਟ ਅਤੇ ਧਰਮ ਵਿੱਚ ਕਿੱਦਾਂ ਵਾ, ਰਿਲੀਜਨ ਵਿੱਚ ਕਿੱਦਾਂ। ਦੀ ਪੀਪਲ ਲਿਵਿੰਗ ਇਨ ਡਿਫਰੈਂਟ ਪਾਰਟ ਆਫ ਇੰਡੀਆ ਆਰ ਡਿਫਰੈਂਟ। ਦੇ ਬਿਲੋਂਗ ਟੂ ਡਿਫਰੈਂਟ ਕਾਸਟ, ਰੇਸ ਐਂਡ ਟ੍ਰਾਈਬਸ। ਦੇਅਰ ਫੀਚਰਸ, ਫੂਡ ਹੈਬਿਟਸ, ਡਰੈਸ, ਸੋਸ਼ਲ ਕਸਟਮ ਐਂਡ ਲੈਂਗੁਏਜ ਆਰ ਡਿਫਰੈਂਟ। ਹੁਣ ਬੇਟਾ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਪੀਪਲ ਆ ਇੰਡੀਆ ਦੇ ਵਿੱਚ ਉਹ ਡਿਫਰੈਂਟ ਪਾਰਟ ਵਿੱਚ ਰਹਿੰਦੇ। ਠੀਕ ਆ, ਕੋਈ ਰਹਿ ਰਿਹਾ ਵਾ ਜਿੱਦਾਂ ਰਾਜਸਥਾਨ ਵਿੱਚ ਰਹਿ ਰਿਹਾ, ਕੋਈ ਪੰਜਾਬ ਵਿੱਚ ਰਹਿ ਰਿਹਾ, ਕੋਈ ਹਿਮਾਚਲ ਪ੍ਰਦੇਸ਼ ਵਿੱਚ ਰਹਿ। ਠੀਕ ਆ, ਉਹ ਕੀ ਆ, ਉਹਨਾਂ ਪੀਪਲਾਂ ਦੀ ਅਲੱਗ ਕਾਸਟ ਆ। ਠੀਕ ਆ, ਉਹਨਾਂ ਦੀ ਅਲੱਗ ਰੇਸ ਆ, ਉਹ ਕਈ ਲੋਕ ਕਬੀਲਿਆਂ ਵਿੱਚ ਰਹਿ ਰਹੇ ਆ। ਠੀਕ ਆ, ਇਸ ਸਾਰੀ ਕੀ ਆ, ਡਾਈਵਰਸਿਟੀ ਆ। ਸੋ ਉਹਨਾਂ ਦੀਆਂ ਅਲੱਗ-ਅਲੱਗ ਵਿਸ਼ੇਸ਼ਤਾਵਾਂ, ਫੀਚਰਸ ਹੈਗੀਆਂ। ਠੀਕ ਆ, ਉਹਨਾਂ ਦੇ ਜਿਹੜਾ ਉਹਦਾ ਫੂਡ ਆ, ਉਹਨਾਂ ਦਾ ਫੂਡ ਵੀ ਅਲੱਗ-ਅਲੱਗ ਆ। ਜਿੱਦਾਂ ਆਪਣੇ ਪੰਜਾਬ ਦਾ ਫੂਡ ਕੀ ਹੈ, ਸਪੈਸ਼ਲ ਆਪਾਂ ਕਹਿ ਦਿੰਦੇ ਹਾਂ ਨਾ, ਮੱਕੀ ਦੀ ਰੋਟੀ, ਸਰੋਂ ਦਾ ਸਾਗ। ਉਸੇ ਤਰ੍ਹਾਂ ਜਿੱਦਾਂ ਆਪਾਂ ਕਹਿ ਲਈਏ ਰਾਜਸਥਾਨ ਦਾ ਅਲੱਗ ਫੂਡ ਹੈਗਾ ਵਾ, ਹੈ ਨਾ, ਕੇਰਲਾ ਦਾ ਅਲੱਗ ਫੂਡ ਹੈਗਾ ਵਾ। ਉਹਨਾਂ ਦਾ ਡਰੈਸ ਸੈਂਸ ਆਪਣੀ ਕੀ ਆ, ਆਪਾਂ ਅਲੱਗ ਪਹਿਨਦੇ ਹਾਂ, ਕੇਰਲਾ ਵਾਲੇ ਅਲੱਗ ਪਹਿਨਦੇ ਨਾ। ਸੋ ਸੋਸ਼ਲ ਕਸਟਮ, ਰੀਤੀ ਰਿਵਾਜ ਵੀ ਅਲੱਗ ਆ। ਜਿੱਦਾਂ ਆਪਾਂ ਮੈਰਿਜ ਕਰਦੇ ਹਾਂ, ਆਪਣੇ ਅਲੱਗ ਰੀਤੀ ਰਿਵਾਜ ਆ। ਅਦਰ ਜਿਹੜੀ ਸਟੇਟ ਹੋਊਗੀ ਉਹਦੇ ਅਲੱਗ ਰੀਤੀ ਰਿਵਾਜ ਹੋਣਗੇ। ਓਕੇ, ਲੈਂਗੁਏਜ ਵੀ ਡਿਫਰੈਂਟ ਹੈਗੀਆਂ, ਤਾਂ ਸਭ ਨੂੰ ਪਤਾ। ਠੀਕ ਆ, ਆਪਣੇ ਪੰਜਾਬ ਦੀ ਪੰਜਾਬੀ ਲੈਂਗੁਏਜ ਹੈਗੀ ਆ। ਠੀਕ ਆ, ਉਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਹਰਿਆਣੇ ਦੀ। ਠੀਕ ਆ, ਹਰਿਆਣਵੀ ਹੋ ਗਈ। ਸਾਰੀਆਂ ਲੈਂਗੁਏਜ ਅਲੱਗ-ਅਲੱਗ ਲੈਂਗੁਏਜ ਆ। ਇਹਨਾਂ ਸਾਰੀਆਂ ਕੀ ਆ, ਡਾਈਵਰਸਿਟੀ ਹੈ ਸਾਰੀ। ਸੋ ਡਾਈਵਰਸਿਟੀ ਜਿਹੜੀ ਆ ਇਜ਼ ਆਵਰ ਸਟਰੈਂਥ ਆ, ਜਿਹਦੇ ਕਰਕੇ ਫੁੱਲ ਦੇਸ਼ ਬਣਦਾ। ਠੀਕ ਆ, ਇਨ ਦੀ superior of religion also a great variety is found in India. Hinduism, Islam, Sikhism, Christianity, Jainism, Buddhism, etc. are followed by different section of Indian population. ਠੀਕ ਹੈ ਬੇਟਾ, ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਦੇਸ਼ ਵਿੱਚ ਬਹੁਤ ਸਾਰੇ ਧਰਮ ਆ। ਹਿੰਦੂ ਧਰਮ ਆ, ਠੀਕ ਹੈ, ਇਸਲਾਮ ਧਰਮ, ਸਿੱਖ ਧਰਮ, ਈਸਾਈ ਧਰਮ, ਜੈਨ ਧਰਮ, ਬੁੱਧ ਧਰਮ, ਹੋਰ ਬਹੁਤ ਸਾਰੇ ਧਰਮ ਆ। ਠੀਕ ਆ, ਤਾਂ ਇਹਨਾਂ ਨੂੰ ਮੰਨਣ ਵਾਲੇ, ਇਹਨਾਂ ਦੇ ਕੀ ਆ, ਇਹਨਾਂ ਦੇ ਜਿਹੜੇ ਰੂਲ ਆ, ਠੀਕ ਆ, ਜੋ ਇਹਨਾਂ ਦੇ ਉਹ ਵੀ ਅਲੱਗ-ਅਲੱਗ ਆ। ਠੀਕ ਆ, ਇਹਨਾਂ ਦੇ ਜਿਹੜੇ ਰੀਤੀ ਰਿਵਾਜ ਆ ਧਰਮਾਂ ਦੇ, ਉਹ ਵੀ ਅਲੱਗ-ਅਲੱਗ ਆ। ਠੀਕ ਆ, ਸੋ ਜਿਹੜਾ ਧਰਮ ਆ, ਜਿਹੜਾ ਰਿਲੀਜਨ ਆ, ਉਹ ਕੀ ਸਾਨੂੰ ਸਿਖਾਉਂਦਾ ਵਾ,
ਉਹ ਸਾਨੂੰ ਸਿਖਾਉਂਦਾ ਵਾ ਤੁਸੀਂ ਇੱਕ ਦੂਜੇ ਨਾਲ ਔਰ ਲਿਸਨ, ਟੀਚ, ਲਵ, ਫੇਥ, ਕੰਪੈਸ਼ਨ, ਟੋਲਰੈਂਸ ਐਂਡ ਬ੍ਰਦਰਹੁੱਡ। ਸਾਰੇ ਕੀ ਸਿਖਾਉਂਦੇ ਆ ਵੀ ਸਾਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ, ਇੱਕ ਦੂਜੇ 'ਤੇ ਵਿਸ਼ਵਾਸ ਰੱਖਣਾ ਚਾਹੀਦਾ, ਠੀਕ ਹੈ। ਇਹ ਸਾਰੀਆਂ ਗੱਲਾਂ ਸਾਰੇ ਲਿਸਨ ਆਪਾਂ ਨੂੰ ਸਿਖਾਉਂਦੇ ਨੇ। ਓਕੇ ਬੇਟਾ, ਸੋ ਆਪਾਂ ਨੂੰ ਕੀ ਕਰਨਾ ਚਾਹੀਦਾ, ਸੋ ਆਪਾਂ ਨੂੰ ਔਰ ਜਿਹੜੇ ਸਾਰੇ ਰਿਲੀਜ਼ਨ ਆ ਉਹ ਕੀ ਸਿਖਾਉਂਦੇ ਆ ਵੀ ਆਪਾਂ ਨੂੰ ਸਹਿਣਸ਼ੀਲਤਾ ਹੋਣੀ ਚਾਹੀਦੀ ਆ, ਭਾਈਚਾਰਾ ਹੋਣਾ ਚਾਹੀਦਾ, ਠੀਕ ਹੈ। ਸੋ ਜਿਹੜਾ ਆਪਣਾ ਆਵਰ ਕੌਨਸਟੀਟਿਊਸ਼ਨ ਹੈਜ਼ ਐਕਸੈਪਟਡ ਥੀਜ਼ ਡਾਈਵਰਸਿਟੀਜ਼ ਐਂਡ ਪੀਪਲ ਕੈਨ ਵਰਸ਼ਿਪ ਗੋਡ ਇਨ ਦੇਅਰ ਓਨ ਵੇ, ਠੀਕ ਹੈ। ਜਿਹੜੇ ਆਪਣਾ ਜਿਹੜਾ ਸੰਵਿਧਾਨ ਆ ਉਹ ਇਹਨੂੰ ਸਾਰਿਆਂ ਨੂੰ ਕੀ ਹੈ ਐਕਸੈਪਟ ਕਰਦਾ, ਠੀਕ ਆ। ਇਹ ਜਿਹੜੀ ਸਾਰੀ ਵਿਭਿੰਨਤਾ, ਠੀਕ ਆ, ਕੋਈ ਵੀ ਮਨੁੱਖ ਆਪਣੇ ਤਰੀਕੇ ਨਾਲ ਕਿਸੇ ਵੀ ਗੋਡ ਦੀ ਵਰਸ਼ਿਪ ਕਰ ਸਕਦਾ, ਠੀਕ ਆ। ਤਾਂ ਮੈਂ ਤੁਹਾਨੂੰ ਪਹਿਲੇ ਦੱਸਦਾ, ਆਲ ਰਿਲੀਜਨ ਟੀਚ ਅਸ, ਟੀਚ ਲਵ, ਫੇਥ, ਕੰਪੈਸ਼ਨ, ਟੋਲਰੈਂਸ ਐਂਡ ਬ੍ਰਦਰਹੁੱਡ, ਠੀਕ ਆ। ਉਹ ਸਾਨੂੰ ਕੀ ਆ ਸਾਰੇ ਧਰਮ ਕੀ ਸਿਖਾਉਂਦੇ, ਲਵ, ਪਿਆਰ ਕਰਨਾ ਚਾਹੀਦਾ ਇੱਕ ਦੂਜੇ ਨਾਲ, ਇੱਕ ਦੂਜੇ 'ਤੇ ਬਿਲੀਵ ਰੱਖਣਾ ਚਾਹੀਦਾ, ਠੀਕ ਹੈ। ਅਤੇ ਆਪਣੇ ਵਿੱਚ ਸਹਿਣਸ਼ੀਲਤਾ ਹੋਣੀ ਚਾਹੀਦੀ ਆ, ਭਾਈਚਾਰਾ ਹੋਣਾ ਚਾਹੀਦਾ, ਇਹ ਚੀਜ਼ਾਂ ਸਿਖਾਉਂਦੇ ਆ। ਓਕੇ, ਇਹਨੂੰ ਕਹਿੰਦੇ ਡਾਈਵਰਸਿਟੀ, ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ, ਵੀ ਕੈਨ ਡਿਵਾਈਡ ਇਨਟੂ 5 ਟਾਈਪ ਆਫ ਡਾਈਵਰਸਿਟੀ। ਡਾਈਵਰਸਿਟੀ ਦੀਆਂ ਜਿਹੜੀਆਂ 5 ਕਿਸਮਾਂ, ਹੋਰ ਵੀ ਬਹੁਤ ਸਾਰੀਆਂ ਕਿਸਮਾਂ ਹੈਗੀਆਂ, ਹੋਰ ਵੀ ਬਹੁਤ ਸਾਰੀਆਂ ਟਾਈਪਸ ਹੈਗੀਆਂ। ਡਾਈਵਰਸਿਟੀ ਇਜ਼ ਆਵਰ ਸਟਰੈਂਥ। ਜਿਹੜੀ ਡਾਈਵਰਸਿਟੀ ਆ ਉਹ ਕੀ ਆ, ਸਾਡੀ ਸਟਰੈਂਥ ਆ। ਕਿਉਂਕਿ ਆਪਾਂ ਗੱਲ ਕਰਦੇ ਹਾਂ ਜਦੋਂ ਬ੍ਰਿਟਿਸ਼ਰ ਸੀਗੇ ਉਹਨਾਂ ਦੇ ਅਗੇਂਸਟ ਜੋ ਆਪਾਂ ਫਾਈਟਸ ਹੋਈਆਂ ਸੀ, ਠੀਕ ਹੈ, ਬੈਟਲਸ ਹੋਈਆਂ ਸੀਗੀਆਂ, ਕਿਉਂਕਿ ਉਹਦੇ ਵਿੱਚ ਦੇਸ਼ ਦੇ ਕੋਨੇ-ਕੋਨੇ ਵਿੱਚੋਂ ਹਰ ਇੱਕ ਜਿਹੜਾ ਸੀਗਾ ਆਪਾਂ ਕਹਿ ਲਈਏ ਸੂਰਮਾ ਸੀ, ਹੈ ਨਾ, ਉਹਨੇ ਕੀ ਆ ਪਾਰਟੀਸਪੇਟ ਕੀਤਾ ਸੀਗਾ, ਠੀਕ ਆ, ਉਹਨੇ ਹਿੱਸਾ ਲਿਆ ਸੀਗਾ। ਸੋ ਇਹ ਕੀ ਹੈ ਸਾਰੀ, ਫਿਰ ਆਪਾਂ ਕਹਿ ਸਕਦੇ ਹਾਂ ਡਾਈਵਰਸਿਟੀ ਇਜ਼ ਆਵਰ ਸਟਰੈਂਥ ਹੈ, ਠੀਕ ਹੈ। ਸੋ ਆਪਾਂ ਗੱਲ ਕਰਦੇ ਡਾਈਵਰਸਿਟੀ ਦੀ ਗੱਲ ਕਰਦੇ ਹਾਂ। ਡਾਈਵਰਸਿਟੀ ਇਨ ਲੈਂਗੁਏਜ, ਇਕਨੋਮਿਕਲ ਡਾਈਵਰਸਿਟੀ, ਡਾਈਵਰਸਿਟੀ ਇਨ ਫੈਸਟੀਵਲ, ਕਲਚਰਲ ਡਾਈਵਰਸਿਟੀ, ਡਾਈਵਰਸਿਟੀ ਆਫ ਦੀ ਰੀਜ਼ਨ, ਠੀਕ ਹੈ। ਇਹਨਾਂ ਬਾਰੇ ਅੱਜ ਡਿਸਕਸ ਕਰਾਂਗੇ। ਸੋ ਬੜੇ ਹੀ ਧਿਆਨ ਨਾਲ ਤੁਸੀਂ ਇਸ ਨੂੰ ਅੰਡਰਸਟੈਂਡ ਕਰਨਾ। ਸੋ ਬੇਟਾ ਆਪਾਂ ਦੇਖਦੇ ਹਾਂ ਡਾਈਵਰਸਿਟੀ ਇਨ ਲੈਂਗੁਏਜ। ਆਪਣਾ ਦੇਸ਼ ਆ ਭਾਰਤ ਦੇਸ਼ ਆ, ਇੱਥੇ ਬਹੁਤ ਸਾਰੀਆਂ ਲੈਂਗੁਏਜ ਕੀ ਆ ਬੋਲੀਆਂ ਜਾਂਦੀਆਂ। ਸੋ ਦੇ ਆਰ 22 ਲੈਂਗੁਏਜ ਡੈਟ ਆਰ ਸਪੋਕਨ ਇਨ ਇੰਡੀਆ ਬਾਈ ਮਿਲੀਅਨ ਆਫ ਪੀਪਲ ਔਰ ਮੋਰ। ਦੇਖੋ 22 ਲੈਂਗੁਏਜ ਕੀ ਆ ਬੋਲੀਆਂ ਜਾਂਦੀਆਂ ਆਪਣੇ ਇੰਡੀਆ ਵਿੱਚ, ਬਹੁਤ ਸਾਰੇ ਲੋਕ ਬੋਲਦੇ ਆ, ਠੀਕ ਹੈ। ਦੀਜ਼ ਲੈਂਗੁਏਜ ਆਰ, ਜਿਹੜੀਆਂ ਇਹ ਲੈਂਗੁਏਜ ਕਿਹੜੀਆਂ ਜਿੱਦਾਂ ਹਿੰਦੀ ਹੋ ਗਈ, ਸੰਸਕ੍ਰਿਤ, ਪੰਜਾਬੀ, ਗੁਜਰਾਤੀ, ਮਰਾਠੀ, ਬੰਗਾਲੀ, ਠੀਕ ਹੈ, ਤਾਮਿਲ, ਤੇਲਗੂ, ਓਕੇ, ਇਹ ਸਾਰੀਆਂ ਲੈਂਗੁਏਜ ਹੋਰ ਐਕਸਟਰਾ ਲੈਂਗੁਏਜ ਹੈਗੀਆਂ ਇੱਥੇ। ਸੋ ਦੀ ਹਿੰਦੀ ਇਜ਼ ਆਵਰ ਨੈਸ਼ਨਲ ਲੈਂਗੁਏਜ, ਠੀਕ ਹੈ। ਬਹੁਤ ਸਾਰੀਆਂ ਲੈਂਗੁਏਜ ਹੈਗੀਆਂ ਅਤੇ ਹਿੰਦੀ ਜਿਹੜੀ ਆਪਣੀ ਦੀ ਹਿੰਦੀ ਇਜ਼ ਆਵਰ ਨੈਸ਼ਨਲ ਲੈਂਗੁਏਜ ਹੈ, ਠੀਕ ਹੈ। ਇਕਨੋਮਿਕਲ ਡਾਈਵਰਸਿਟੀ ਜਿਹੜੀ ਹੈਗੀ ਆ ਉਹਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਡਾਈਵਰਸਿਟੀ। ਅਰਲੀ ਮੈਨ ਯੂਜ਼ ਟੂ ਮੂਵ ਫਰੋਮ ਪਲੇਸ ਟੂ ਪਲੇਸ ਇਨ ਸਰਚ ਆਫ ਫੂਡ। ਜਿਹੜਾ ਪਹਿਲਾ ਮੈਨ ਸੀਗਾ ਉਹ ਕੀ ਆ, ਉਹ ਪਲੇਸ ਟੂ ਪਲੇਸ ਭਾਵ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦਾ ਸੀਗਾ, ਕਾਹਦੇ ਲਈ, ਭੋਜਨ ਲਈ। ਹੀ ਡਿਡ ਨਾਟ ਨੋ ਦੈਟ ਆਰਟ ਆਫ ਐਗਰੀਕਲਚਰ, ਉਹ ਨਹੀਂ ਜਾਣਦਾ ਸੀ ਕਿ ਕਿੱਦਾਂ ਐਗਰੀਕਲਚਰ ਦੀ ਕਲਾ ਬਾਰੇ, ਠੀਕ ਆ। ਸੋ ਬਟ as the time passed he came to realize that there was no need for all to be engaged in this job, ਠੀਕ ਹੈ। ਜਦੋਂ ਟਾਈਮ ਬੀਤਦਾ ਗਿਆ ਉਹਨੂੰ ਐਗਰੀਕਲਚਰ ਬਾਰੇ ਵੀ ਪਤਾ ਲੱਗ ਗਿਆ, ਟਾਈਮ ਬੀਤਦਾ ਗਿਆ ਤਾਂ ਉਹਨੇ ਸੋਚਿਆ ਵੀ ਸਾਰੇ ਜਿਹੜੇ ਪੀਪਲ ਹੈਗੇ ਆ ਉਹ ਜ਼ਰੂਰੀ ਨਹੀਂ ਗੇ ਉਹ ਖੇਤੀਬਾੜੀ ਹੀ ਕਰਨ। ਤਾਂ ਉਹਨਾਂ ਨੇ ਕੀ ਆ ਨਵੀਆਂ ਚੀਜ਼ਾਂ ਦੀ ਡਿਸਕਵਰੀ ਕਰਨੀ ਸ਼ੁਰੂ ਕਰਤੀ, ਠੀਕ ਆ। ਉਹਨਾਂ ਨੇ ਡੈਰੀ ਫਾਰਮ ਦਾ, ਫਿਸ਼ਿੰਗ ਪ੍ਰੋਡਕਟ ਜਿਹੜੇ ਸੀਗੇ ਉਹਨਾਂ ਦਾ ਮਤਲਬ ਕਿ ਸ਼ੁਰੂ ਕਰਤਾ ਕੰਮ, ਠੀਕ ਆ। ਅਤੇ ਜੰਗਲਾਂ ਦੀ ਕਟਾਈ ਕਰਨੀ ਸ਼ੁਰੂ ਕਰਤੀ, ਜਿਹਦੇ ਨਾਲ ਕੀ ਆ ਉਹਨਾਂ ਨੂੰ ਜਿਹੜੀ ਕੀਮਤੀ ਵੁੱਡ ਹੁੰਦੀ ਸੀ ਉਹ ਤੋਂ ਬਹੁਤ ਸਾਰਾ ਕੀ ਆ ਮੁਨਾਫਾ ਹੁੰਦਾ ਸੀਗਾ। ਸੋ ਬਹੁਤ ਸਾਰੀਆਂ ਇੰਡਸਟਰੀਆਂ ਆ ਗਈਆਂ, ਠੀਕ ਆ। ਸੋ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ।
इस तो बाद आप गल करते हैं विलेज डिवेलप इनटू टाउन एंड टाउन इनटू सिटीज़। थर्ड टाइप ऑफ एक्टिविटी वाज टैरसरी एक्टिविटी कहते हैं ਇਹਦੇ ਵਿੱਚ ਕੀ ਹੈ ਟੀਚਿੰਗ ਬੈਂਕਿੰਗ ਇੰਜੀਨੀਅਰਿੰਗ ਐਕਸੈਟਰਾ ਆਰ ਟੈਰਸਰੀ ਐਕਟੀਵਿਟੀ। ਇਹਨੂੰ ਕਹਿੰਦੇ ਟੈਰਸਰੀ ਐਕਟੀਵਿਟੀ ਕਿਉਂਕਿ ਹੁਣ ਵੇਖੋ ਪਹਿਲਾਂ ਲੋਕ ਖੇਤੀਬਾੜੀ ਕਰਦੇ ਸੀ, ਬਾਅਦ ਵਿੱਚ ਕੀ ਹੋਇਆ, ਬਾਅਦ ਵਿੱਚ ਉਹਨਾਂ ਨੇ ਹੌਲੀ ਹੌਲੀ ਆਪਣੇ ਆਪ ਨੂੰ ਇੰਪਰੂਵ ਕੀਤਾ, ਡਿਵੈਲਪ ਕੀਤਾ, ਜਿੱਦਾਂ ਫਿਸ਼ਿੰਗ ਦਾ ਕੰਮ ਸਟਾਰਟ ਕਰਤਾ, ਡੈਰੀ ਦਾ ਕੰਮ ਸਟਾਰਟ ਕਰਤਾ, ਠੀਕ ਆ। ਬਾਅਦ ਵਿੱਚ ਕੀ ਹੋਇਆ, ਬਾਅਦ ਵਿੱਚ ਉਹਨਾਂ ਨੇ ਟੀਚਿੰਗ ਬੈਂਕਿੰਗ ਇੰਜੀਨੀਅਰਿੰਗ ਹੋਰ ਬਹੁਤ ਸਾਰੀਆਂ ਚੀਜ਼ਾਂ ਸਟਾਰਟ ਕਰਤੀਆਂ। ਓਕੇ, ਇਹਨਾਂ ਨੂੰ ਟੈਰਸਰੀ ਐਕਟੀਵਿਟੀਜ਼ ਕਹਿੰਦੇ ਆ। ਓਕੇ, ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਡਾਈਵਰਸਿਟੀ ਇਨ ਫੈਸਟੀਵਲਸ। ਹੁਣ ਤਿਉਹਾਰ ਆ ਜਿਹੜੇ ਆਪਣੇ ਸੈਲੀਬ੍ਰੇਟ ਕਰਦੇ ਆਪਾਂ, ਉਹਨਾਂ ਵਿੱਚ ਵੀ ਬਹੁਤ ਸਾਰੀਆਂ ਭਿੰਨਤਾਵਾਂ, ਠੀਕ ਹੈ। ਇੰਡੀਆ ਇਜ਼ ਏ ਕੰਟਰੀ ਆਫ ਡਿਫਰੈਂਟ ਫੈਸਟੀਵਲਸ। ਜਿਹੜਾ ਇੰਡੀਆ ਉਹਦੇ ਵਿੱਚ ਅਲੱਗ-ਅਲੱਗ ਜਿਹੜੇ ਆ ਤਿਉਹਾਰ ਮਨਾਏ ਜਾਂਦੇ ਆ। ਹਿੰਦੂ ਸੈਲੀਬ੍ਰੇਟ ਮੇਨਲੀ ਹੋਲੀ, ਦੀਵਾਲੀ, ਦੁਸਹਿਰਾ, ਠੀਕ ਹੈ, ਰਕਸ਼ਾ ਬੰਧਨ ਹੋ ਗਿਆ, ਜਨਮ ਅਸ਼ਟਮੀ। ਜਿਹੜੇ ਹਿੰਦੂ ਲੋਕ ਆ ਉਹ ਕਿਹੜੇ ਫੈਸਟੀਵਲਸ ਨੂੰ ਸੈਲੀਬ੍ਰੇਟ ਕਰਦੇ ਆ? ਹੋਲੀ ਹੋ ਗਿਆ, ਦੀਵਾਲੀ, ਦੁਸਹਿਰਾ, ਰਕਸ਼ਾ ਬੰਧਨ ਐਂਡ ਜਨਮ ਅਸ਼ਟਮੀ। ਵਿਸਾਖੀ ਇਜ਼ ਦੀ ਹਾਰਵੈਸਟ ਫੈਸਟੀਵਲ ਆਫ ਪੰਜਾਬ। ਜਿਹੜਾ ਵਿਸਾਖੀ ਆ ਉਹ ਪੰਜਾਬ ਵਾਢੀ ਦੀ ਫਸਲ ਵਿੱਚ ਕੀਤਾ ਜਾਂਦਾ। ਜਦੋਂ ਆਪਾਂ ਕਣਕ ਵੱਢਦੇ ਹਾਂ ਤਾਂ ਉਹ ਫਸਲ ਦੀ ਖੁਸ਼ੀ ਵਿੱਚ ਕੀਤਾ ਜਾਂਦਾ, ਠੀਕ ਹੈ। ਓਨਮ ਇਜ਼ ਸੈਲੀਬ੍ਰੇਟ ਇਨ ਕੇਰਲਾ, ਠੀਕ ਹੈ। ਪੋਗਲ ਐਂਡ ਬਿਹੂ ਆਰ ਸੈਲੀਬ੍ਰੇਟ ਐਜ਼ ਹਾਰਵੈਸਟਿੰਗ ਫੈਸਟੀਵਲ ਇਨ ਤਾਮਿਲਨਾਡੂ ਐਂਡ ਅਸਾਮ, ਠੀਕ ਹੈ। ਦੇਖੋ ਜਿਹੜਾ ਆਪਣਾ ਇੱਕ ਹੀ ਤਿਉਹਾਰ ਨੂੰ, ਇੱਕ ਹੀ ਫੈਸਟੀਵਲ ਨੂੰ ਅਲੱਗ-ਅਲੱਗ ਨਾਮਾਂ ਨਾਲ ਜਾਣਿਆ ਜਾਂਦਾ ਅਲੱਗ-ਅਲੱਗ ਸਟੇਟ ਵਿੱਚ। ਸੋ ਠੀਕ ਹੈ, ਇਸ ਚੀਜ਼ਾਂ ਸਾਰੀਆਂ ਨੇ ਤੁਸੀਂ ਯਾਦ ਰੱਖਣਾ। ਮੁਸਲਿਮ ਸੈਲੀਬ੍ਰੇਟ ਈਦ ਐਜ਼ ਦੇਅਰ ਇੰਪੋਰਟੈਂਟ ਫੈਸਟੀਵਲ। ਮੁਸਲਿਮ ਆ ਜਿਹੜੇ ਉਹ ਈਦ ਕੀ ਆ ਸੈਲੀਬ੍ਰੇਟ ਕਰਦੇ ਆ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਵਾ, ਠੀਕ ਹੈ। ਉਹਨਾਂ ਦਾ ਫੈਸਟੀਵਲ ਹੈਗਾ ਵਾ ਔਨ 25 ਦਸੰਬਰ। ਕ੍ਰਿਸਮਸ ਇਨ ਸੈਲੀਬ੍ਰੇਟ ਬਾਏ ਕ੍ਰਿਸਚਨ। ਜਿਹੜੇ ਕ੍ਰਿਸਚਨ ਆ ਉਹ ਕੀ ਹੈ ਕ੍ਰਿਸਮਸ ਜਿਹੜੇ ਆ ਸੈਲੀਬ੍ਰੇਟ ਕਰਦੇ ਆ। ਦੇਅਰ ਐਂਡ ਨੈਸ਼ਨਲ ਫੈਸਟੀਵਲ 3 ਐਂਡ ਨੈਸ਼ਨਲ ਫੈਸਟੀਵਲ ਵਿਚ ਆਰ ਸੈਲੀਬ੍ਰੇਟ ਬਾਏ ਆਲ ਇੰਡੀਅਨਸ। ਹੁਣ ਦੇਖੋ 3 ਜਿਹੜੇ ਹੁਣ ਦੇਖੋ ਇਹ ਤਾਂ ਅਲੱਗ-ਅਲੱਗ ਆਪਣੇ ਸਟੇਟ ਦੇ ਅਨੁਸਾਰ ਕੀ ਸੈਲੀਬ੍ਰੇਟ ਕਰਦੇ ਸੀ। ਹੁਣ ਜਿਹੜੀ 3 ਨੈਸ਼ਨਲ ਫੈਸਟੀਵਲਸ ਹੈਗੇ ਆ ਉਹ ਕੀ ਆ ਫੈਸਟੀਵਲ ਹੈਗੇ ਆ ਉਹ ਕੀ ਆ ਸਾਰਾ ਆਲ ਇੰਡੀਆ ਕੀ ਆ ਸੈਲੀਬ੍ਰੇਟ ਕਰਦਾ। ਤਾਂ ਇੱਥੋਂ ਕੀ ਪਤਾ ਲੱਗਦਾ ਆਪਾਂ ਨੂੰ ਯੂਨਿਟੀ ਇਨ ਡਾਈਵਰਸਿਟੀ। ਓਕੇ, ਆਵਰ ਨੈਸ਼ਨਲ ਫੈਸਟੀਵਲ ਆਰ ਇੰਡੀਪੈਂਡੈਂਸ ਡੇ, ਰਿਪਬਲਿਕ ਡੇ ਹੋ ਗਿਆ, ਮਹਾਤਮਾ ਗਾਂਧੀ ਬਰਥਡੇ। ਸੋ ਇਹ ਜਿਹੜੇ 3 ਨੈਸ਼ਨਲ ਫੈਸਟੀਵਲਸ ਹੈਗੇ ਆ ਇਹ ਆਲ ਇੰਡੀਆ ਕੀ ਇਹਨਾਂ ਨੂੰ ਕੀ ਆ ਸੈਲੀਬ੍ਰੇਟ ਕਰਦਾ ਹੈ। ਓਕੇ, ਨੈਕਸਟ ਆਪਾਂ ਗੱਲ ਕਰਦੇ ਹਾਂ ਨੀਡ ਫॉर ਡਾਈਵਰਸਿਟੀ। ਆਪਾਂ ਨੂੰ ਵਿਭਿੰਨਤਾ ਦੀ ਲੋੜ ਕਿਉਂ ਹੈ, ਠੀਕ ਹੈ। ਵੀ ਸੀ ਡਾਈਵਰਸਿਟੀ ਐਵਰੀਵੇਅਰ ਇਨ ਨੈਚੁਰਲ ਥਿੰਗਸ ਐਂਡ ਹਿਊਮਨ ਬੀਇੰਗ। ਅਸੀਂ ਦੇਖਦੇ ਹਾਂ ਕਿ ਜਿਹੜੀ ਵਿਭਿੰਨਤਾ ਵਾ ਉਹ ਹਰ ਥਾਂ ਕਾਹਦੇ ਵਿੱਚ ਕੁਦਰਤ ਦੀਆਂ ਚੀਜ਼ਾਂ ਵਿੱਚ ਵੀ ਹੈਗੀ, ਹਿਊਮਨ ਬੀਇੰਗ ਵਿੱਚ ਵੀ ਹੈਗੀ ਆ। ਜਿਹੜੇ ਟੂ ਹਿਊਮਨ ਆਰ ਨਾਟ ਦੀ ਸੇਮ, ਵੀ ਲਿਵ ਇਨ ਦੀ ਸੇਮ ਮੈਨਰ ਬਟ ਥਿੰਕ ਡਿਫਰੈਂਟਲੀ। ਅਸੀਂ ਕਹਿੰਦੇ 2 ਮਨੁੱਖ ਜਿਹੜੇ ਉਹ ਕਦੇ ਸੇਮ ਨਹੀਂ ਹੋ ਸਕਦੇ। ਜੇਕਰ ਅਸੀਂ ਸੇਮ ਸਾਡੇ ਮੈਨਰ ਆ, ਸਾਡੀ ਥਿੰਕਿੰਗ ਅਲੱਗ ਹੋਵੇਗੀ। ਵੀ ਵੀਅਰ ਸੇਮ ਕਲੌਥ ਆਫ ਡਿਫਰੈਂਟ ਕਲਰ, ਠੀਕ ਹੈ। ਅਸੀਂ ਮਤਲਬ ਕਿ ਜੇਕਰ ਅਸੀਂ ਸੇਮ ਕਲੌਥ ਪਹਿਨਦੇ ਹਾਂ ਤਾਂ ਉਹਨਾਂ ਦਾ ਕਲਰ ਡਿਫਰੈਂਟ ਹੋਊਗਾ। ਓਕੇ, ਤਾਂ ਡਾਈਵਰਸਿਟੀ ਲੀਡ ਟੂ ਡਿਵੈਲਪ ਆਫ ਬੋਥ ਦੀ ਇੰਡੀਵਿਜੂਅਲ ਐਂਡ ਸੁਸਾਇਟੀ। ਜਿਹੜੀ ਡਾਈਵਰਸਿਟੀ ਆ, ਜਿਹੜੀ ਵਿਭਿੰਨਤਾ ਵਾ ਉਹ ਕਿਹਨੂੰ ਲੀਡ ਕਰਦੀ ਹੈ? ਡਿਵੈਲਪਮੈਂਟ ਨੂੰ ਲੀਡ ਕਰਦੀ। ਕਾਹਦੀ ਡਿਵੈਲਪਮੈਂਟ ਨੂੰ? ਇਹਦੇ ਨਾਲ ਇੰਡੀਵਿਜੂਅਲ ਡਿਵੈਲਪਮੈਂਟ ਵੀ ਹੁੰਦੀ ਹੈ ਅਤੇ ਸੁਸਾਇਟੀ ਦੀ ਡਿਵੈਲਪਮੈਂਟ ਵੀ ਹੁੰਦੀ ਹੈ। ਓਕੇ, ਐਵਰੀ ਪਰਸਨ ਡਿਪੈਂਡ ਔਨ ਅਦਰ ਟੂ ਫੁਲਫਿਲ ਇਜ਼ ਨੀਡਸ। ਹਰ ਇੱਕ ਮਨੁੱਖ ਇੱਕ ਦੂਜੇ ਦੀਆਂ ਲੋੜਾਂ ਉੱਪਰ ਨਿਰਭਰ ਹੈ, ਠੀਕ ਹੈ। ਹਰ ਮਨੁੱਖ ਇੱਕ ਦੂਜੇ ਦੀਆਂ ਲੋੜਾਂ, ਹਰ ਮਨੁੱਖ ਇੱਕ ਦੂਜੇ ਤੋਂ ਲੋੜਾਂ ਪ੍ਰਾਪਤ ਕਰਦਾ, ਠੀਕ ਹੈ। ਜਿੱਦਾਂ ਇੱਕ ਫਾਰਮਰ ਆ, ਠੀਕ ਹੈ,
ਉਹ ਬੈਂਕਿੰਗ ਮਤਲਬ ਕਿ ਜਿੱਦਾਂ ਇੱਕ ਫੂਡ ਆ, ਫਾਰਮਰ ਜਿੱਦਾਂ ਕਿਸਾਨ ਆ ਜਿਹੜਾ ਫੂਡ ਕੀ ਆ ਉਗਾਉਂਦਾ, ਠੀਕ ਆ, ਅਤੇ ਜਿਹੜੇ ਨਹੀਂ ਖੇਤੀਬਾੜੀ ਕਰਦੇ ਉਹ ਉਹਨਾਂ ਤੋਂ ਲੋੜਾਂ ਪੂਰੀਆਂ ਕਰਦੇ, ਠੀਕ ਹੈ। ਜਿੱਦਾਂ ਇੱਕ ਐਨੀਮਲ ਆ, ਠੀਕ ਆ, ਉਹ ਇੱਕ ਦੂਜੇ ਐਨੀਮਲ ਨੂੰ ਮਾਰ ਕੇ ਆਪਣੀਆਂ ਲੋੜਾਂ ਪੂਰੀਆਂ ਕਰਦਾ। ਭਾਵ ਮਨੁੱਖ ਇੱਕ ਦੂਜੇ 'ਤੇ ਨਿਰਭਰ ਹੈ, ਠੀਕ ਹੈ, ਕਹਿ ਲਈਏ। ਆਪਾਂ ਗੱਲ ਕਰਦੇ ਹਾਂ ਫੋਰ ਐਗਜ਼ਾਮਪਲ, ਵੀ ਕੈਨ ਨਾਟ ਇਮੈਜਨ ਏ ਸਕੂਲ ਵਿਦਾਊਟ ਸਟੂਡੈਂਟ ਐ ਟੀਚਰ ਔਰ ਕੰਸਟਰਕਸ਼ਨ ਆਫ ਏ ਬਿਲਡਿੰਗ ਵਿਦਾਊਟ ਮੈਸ਼ਨ ਕਾਰਪੇਂਟਰ ਐਕਸੈਕਟਰਾ। ਵੀ ਜੇ ਆਪਾਂ ਇੱਕ ਮਤਲਬ ਕਿ ਫੋਰ ਐਗਜ਼ਾਮਪਲ ਦੇ ਤੌਰ 'ਤੇ ਗੱਲ ਕਰੀਏ ਵੀ ਜਿਹੜਾ ਸਕੂਲ ਆ ਉਹ ਸਟੂਡੈਂਟ ਤੋਂ ਬਿਨਾਂ ਆਪਾਂ ਕਦੇ ਵੀ ਇਮੈਜਨ ਨਹੀਂ ਕਰ ਸਕਦੇ। ਟੀਚਰ ਹੈ ਜਿਹੜਾ ਉਹ ਬਿਲਡਿੰਗ ਤੋਂ ਬਿਨਾਂ ਮਤਲਬ ਕਿ ਟੀਚਰ ਆ ਉਹ ਸਟੂਡੈਂਟ ਤੋਂ ਬਿਨਾਂ ਉਹਦੀ ਕੋਈ ਵੈਲਿਊ ਨਹੀਂ, ਔਰ ਸਟੂਡੈਂਟ ਦੀ ਟੀਚਰ ਤੋਂ ਬਿਨਾਂ ਕੋਈ ਵੈਲਿਊ ਨਹੀਂ, ਠੀਕ ਹੈ। ਸਕੂਲ ਦੀ ਬਿਲਡਿੰਗ ਤੋਂ ਬਿਨਾਂ ਕੋਈ ਵੈਲਿਊ ਮਤਲਬ ਕਿ ਜਿਹੜਾ ਬਿਲਡਿੰਗ ਆ ਉਹ ਵਿਦਾਊਟ ਮਿਸਤਰੀ ਦੇ ਬਿਨਾਂ ਨਹੀਂ ਬਣਦੀ, ਨਾ ਕਾਰਪੇਂਟਰ ਦੇ ਬਿਨਾਂ ਬਣਦੀ ਹੈ, ਠੀਕ ਹੈ। ਓਕੇ ਬੇਟਾ, ਆਈ ਹੋਪ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਜਿੱਦਾਂ ਬੇਟਾ ਜਿਹੜਾ ਸਕੂਲ ਆ, ਠੀਕ ਹੈ, ਕੈਨ ਨਾਟ ਇਮੈਜਨ ਏ ਸਕੂਲ ਵਿਦਾਊਟ ਸਟੂਡੈਂਟ। ਜਿਹੜਾ ਸਟੂਡੈਂਟ ਆ ਉਹ ਸਕੂਲ ਤੋਂ ਬਿਨਾਂ ਕੀ ਉਹਨਾਂ ਨੂੰ ਇਮੈਜਨ ਨਹੀਂ ਕਰ ਸਕਦੇ, ਠੀਕ ਹੈ। ਟੀਚਰ ਔਰ ਕੰਸਟਰਕਸ਼ਨ ਆਫ ਏ ਬਿਲਡਿੰਗ ਵਿਦਾਊਟ ਮੈਸਨ ਕਾਰਪੇਂਟਰ, ਠੀਕ ਹੈ। ਹੁਣ ਜਿਹੜੀ ਬਿਲਡਿੰਗ ਆ ਸਕੂਲ ਦੀ ਬਣਦੀ ਆ ਉਹ ਇੱਕ ਮਿਸਤਰੀ ਬਣਾਉਂਦਾ, ਇੱਕ ਕਾਰਪੇਂਟਰ ਬਣਾਉਣਾ, ਉਹ ਤੋਂ ਬਿਨਾਂ ਨਹੀਂ ਬਣ ਸਕਦੀ ਨਾ। ਸੋ ਹਰ ਇੱਕ ਕੀ ਆ ਨਿਰਭਰ ਹੈ। ਜੇਕਰ ਸਕੂਲ ਵਿੱਚ ਬੱਚੇ ਆਉਣਗੇ ਫਿਰ ਹੀ ਸਟੱਡੀ ਹੋਊਗੀ, ਜੇਕਰ ਸਕੂਲ ਦੀ ਬਿਲਡਿੰਗ ਬਣੂਗੀ, ਠੀਕ ਹੈ, ਜੇਕਰ ਮਿਸਤਰੀ ਹੋਣਗੇ ਫਿਰ ਹੀ ਸਕੂਲ ਦੀ ਬਿਲਡਿੰਗ ਬਣੂਗੀ। ਸੋ ਹਰ ਇੱਕ ਹੀ ਹੈ ਇੱਕ ਦੂਜੇ 'ਤੇ ਡਿਪੈਂਡ ਆ। ਸੋ ਠੀਕ ਹੈ, ਜਿਹੜੀ ਡਾਈਵਰਸਿਟੀ ਆ, ਯੂਨਿਟੀ ਇਨ ਡਾਈਵਰਸਿਟੀ, ਠੀਕ ਹੈ, ਇਹ ਕੀ ਆ ਆਵਰ ਸਟਰੈਂਥ ਆ। ਡਾਈਵਰਸਿਟੀ ਇਜ਼ ਆਵਰ ਸਟਰੈਂਥ, ਠੀਕ ਹੈ। ਸੋ ਕੀ ਆ ਇਹ ਲੈਸਨ ਵਿੱਚ ਇਹ ਸੀ। ਇਸ ਤੋਂ ਬਾਅਦ ਇਸ ਲੈਸਨ ਦਾ ਥੋੜ੍ਹਾ ਟੌਪਿਕ ਰਹਿੰਦਾ ਉਹ ਆਪਾਂ ਨੈਕਸਟ ਵੀਡੀਓ ਵਿੱਚ ਕਰਾਂਗੇ। ਆਈ ਹੋਪ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ। ਬੇਟਾ ਮੈਂ ਤੁਹਾਨੂੰ ਹੋਮਵਰਕ ਸੈਂਡ ਕਰਨ ਲੱਗਿਆ, ਤੁਸੀਂ ਸਾਰਿਆਂ ਨੇ ਉਹ ਹੋਮਵਰਕ ਮੈਨੂੰ ਵਾਪਸ ਸੈਂਡ ਕਰਨਾ। ਓਕੇ ਬੇਟਾ।